ਕੈਨੇਡਾ 'ਚ ਆਉਣਾ ਚਾਹ ਰਹੇ ਹੋ ਜਾਂ ਫਿਰ ਕੈਨੇਡਾ ਵਿੱਚ ਹੀ ਰਹਿੰਦੇ ਹੋ, ਇਹ ਵੀਡੀਓ ਤੁਹਾਨੂੰ ਇੱਕ ਬਹੁਤ ਵਧੀਆ ਡਾਇਰੈਕਸ਼ਨ ਦੇ ਸਕਦੀ ਹੈ। ਕੈਨੇਡੀਅਨ ਗਵਰਨਮੈਂਟ ਬਹੁਤ ਵੱਡੀ ਇਨਫੋਰਮੇਸ਼ਨ ਲੁਕੋ ਰਹੀ ਹੈ, ਜਿਹਦੇ ਨਾਲ ਸਾਡੀ ਕਮਿਊਨਿਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਦਾ ਮੁਨਾਫਾ। ਇੱਥੇ ਤੱਕ ਕਿ ਕੈਨੇਡਾ ਤੇ ਇੰਡੀਆ ਦੀ ਸਰਕਾਰ ਕੋਲ ਕੋਈ ਅਫੀਸ਼ੀਅਲ ਰਿਪੋਰਟਸ ਜਾਂ ਸਟੈਟਸ ਵੀ ਨਹੀਂ ਹੈ ਇਸ ਬਾਰੇ ਗੱਲ ਕਰਨ ਦੇ ਲਈ। ਗੁਰਦੁਆਰੇ ਸਾਹਿਬਾਨ, ਇੰਡੀਅਨ ਕੌਂਸੂਲੇਟ, ਇੰਡੀਅਨ ਐਮਬੈਸੀਜ਼, ਕਾਲਜਸ, ਰੈਪਿਡ ਰਿਸਪਾਂਸ ਗਰੁੱਪਸ ਤੇ ਹੋਰ ਕਈ ਆਰਗੇਨਾਈਜੇਸ਼ਨਸ ਦਾ ਕੀ ਰੋਲ ਹੈ ਜਾਣਾਂਗੇ ਇਸ ਵੀਡੀਓ ਦੇ ਵਿੱਚ, ਤੇ ਕਿਵੇਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਈ ਮੁਸੀਬਤਾਂ ਤੋਂ ਬਚਾ ਸਕਦੇ ਹਾਂ। ਇੱਕ ਪਾਸੇ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਤੇ ਉਹਨਾਂ ਦੇ ਪੈਰੈਂਟਸ ਵੀਲੌਗਸ ਦੇਖਣ 'ਚ ਬਿਜ਼ੀ ਨੇ ਕਿ ਇਮੀਗ੍ਰੇਸ਼ਨ ਪ੍ਰੋਸੈਸਸ ਕੀ ਨੇ, ਬੱਸਾਂ ਕਿਵੇਂ ਚੜ੍ਹਨੀਆਂ ਨੇ, ਕੈਨੇਡਾ ਆਉਣ ਤੋਂ ਪਹਿਲਾਂ ਕੱਪੜੇ ਕਿਵੇਂ ਦੇ ਖਰੀਦਣੇ ਨੇ, ਪਰ ਜੋ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਸਭ ਤੋਂ ਔਖਾ ਕੰਮ ਹੈ ਤੇ ਤੁਹਾਡੀ ਲਿਸਟ 'ਚ ਨੰਬਰ 1 ਪ੍ਰਾਇੋਰਟੀ 'ਚ ਹੋਣਾ ਚਾਹੀਦਾ ਹੈ। ਮੁੱਦੇ ਦੀ ਗੱਲ ਕਰਦੇ ਹਾਂ, ਕਿਉਂ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਨੇਡਾ ਦੇ ਵਿੱਚ ਅਚਾਨਕ ਮੌਤਾਂ ਹੋ ਰਹੀਆਂ ਨੇ। ਇਸ ਸਾਰੇ ਇਸ਼ੂ ਨੂੰ ਸੀਕੁਐਂਸ 'ਚ ਸਮਝਦੇ ਹਾਂ। ਪਹਿਲਾ ਸੀਕੁਐਂਸ ਕਿ ਇੰਟਰਨੈਸ਼ਨਲ ਸਟੂਡੈਂਟਸ ਆਤਮ ਹੱਤਿਆ ਕਰ ਰਹੇ ਨੇ ਸਟ੍ਰੈਸ ਤੇ ਡਿਪਰੈਸ਼ਨ ਕਰਕੇ। ਜਦੋਂ ਕੈਨੇਡੀਅਨ ਗਵਰਨਮੈਂਟ ਤੋਂ ਪੁੱਛੇਗਾ ਕਿ ਇੰਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਮੌਤਾਂ ਹੋ ਰਹੀਆਂ ਨੇ ਤੇ ਇਹਦੇ ਬਾਰੇ ਕੁਝ ਰਿਪੋਰਟਸ ਪਬਲਿਸ਼ ਕੀਤੀ ਜਾਵੇ। ਜਦੋਂ ਗਵਰਨਮੈਂਟ ਕੋਲ ਇਸ ਇਸ਼ੂ 'ਤੇ ਗੱਲ ਕਰਨ ਲਈ ਕੋਈ ਵੀ ਫਾਰਮਲ ਰਿਪੋਰਟ ਨਹੀਂ ਸੀਗੀ, ਫਿਰ ਇੱਕੋ ਹੀ ਸੋਰਸ ਬਚਦਾ ਸੀਗਾ, ਜੋ ਕਿ ਹੈ ਫਿਊਨਰਲ ਹੋਮ, ਜਿਹਨੂੰ ਅਸੀਂ ਸ਼ਮਸ਼ਾਨ ਘਾਟ ਵੀ ਕਹਿੰਦੇ ਹਾਂ। ਟੋਰਾਂਟੋ ਦੇ ਲੋਟਸ ਫਿਊਨਰਲ ਹੋਮ ਦੇ ਓਨਰ ਦਾ ਇਹ ਕਹਿਣਾ ਕਿ ਉਹ ਥੱਕ ਚੁੱਕੇ ਨੇ ਇੰਨੇ ਨੌਜਵਾਨਾਂ ਦੀਆਂ ਲਾਸ਼ਾਂ ਦੇਖ ਕੇ। ਲੋਟਸ ਫਿਊਨਰਲ ਹੋਮ ਇੰਡੀਅਨ ਕੌਂਸੂਲੇਟ ਦੇ ਅਫੀਸ਼ੀਅਲਸ ਦੀ ਰਿਕੁਐਸਟ 'ਤੇ ਕਈ ਸਾਲਾਂ ਤੋਂ ਇੰਡੀਆ 'ਚ ਲਾਸ਼ਾਂ ਭੇਜਦੇ ਰਹੇ ਨੇ ਤਾਂ ਕਿ ਲੋਕ ਆਪਣੇ ਸੱਜਣ ਪਿਆਰੇ ਮਿੱਤਰ ਦੇ ਆਖਰੀ ਦਰਸ਼ਨ ਕਰ ਸਕਣ। ਭਾਵੇਂ ਲੋਟਸ ਫਿਊਨਰਲ ਹੋਮ ਟੋਰਾਂਟੋ 'ਚ ਸਿਚੁਏਟਡ ਹੈ, ਪਰ ਇਹ ਕੋਸ਼ਿਸ਼ ਕਰਦੇ ਨੇ ਕੈਨੇਡਾ ਦੇ ਹੋਰ ਏਰੀਆਜ਼ 'ਚ ਜਾ ਕੇ ਡੈੱਡ ਬੋਡੀਜ਼ ਕਲੈਕਟ ਕਰਕੇ ਇੰਡੀਆ ਭੇਜੀ ਜਾ ਸਕੇ, ਜਿਨ੍ਹਾਂ ਦੀ ਰਿਕੁਐਸਟ ਇਹਨਾਂ ਵੱਲ ਆਈ ਹੁੰਦੀ ਹੈ। 2018 ਤੱਕ ਮਹੀਨੇ ਦੀ ਸਿਰਫ 1 ਤੋਂ 2 ਡੈੱਡ ਬੋਡੀਜ਼ ਆਉਂਦੀਆਂ ਸੀ, ਪਰ ਇਹਦੇ ਰੇਟ ਡਬਲ ਤੋਂ ਵੀ ਜ਼ਿਆਦਾ ਹੋ ਚੁੱਕੇ ਨੇ। 4 ਤੋਂ 7 ਹਰ ਮਹੀਨੇ ਨੌਜਵਾਨਾਂ ਦੀ ਲਾਸ਼ਾਂ ਇਹਨਾਂ ਕੋਲ ਪਹੁੰਚ ਰਹੀਆਂ ਨੇ। ਜੇ ਅਸੀਂ 2022 ਦੀ ਗੱਲ ਕਰੀਏ, 33 ਡੈੱਡ ਬੋਡੀਜ਼ ਇੰਡੀਆ ਭੇਜੀਆਂ ਜਾ ਚੁੱਕੀਆਂ ਨੇ। ਫਿਊਨਰਲ ਹੋਮ ਦੇ ਵਰਕਰਸ ਸਪੈਸੀਫਿਕ ਰੀਜ਼ਨਸ ਨਹੀਂ ਦੱਸ ਪਾਏ ਕਿਉਂਕਿ ਉਹਨਾਂ ਨੇ ਪ੍ਰਾਈਵੇਸੀ ਮੇਨਟੇਨ ਰੱਖਣੀ ਹੁੰਦੀ ਹੈ। ਹੋਰ ਦੂਜੇ ਫਿਊਨਰਲ ਹੋਮਸ ਨੂੰ ਵੀ ਜਦ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਵੀ ਇਹੀ ਜਵਾਬ ਸੀਗਾ। ਪਰ ਉਹਨਾਂ ਨੇ ਇਹ ਵੀ ਦੱਸਿਆ ਕੁਝ ਬੋਡੀਜ਼ ਇੱਦਾਂ ਦੀ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਧੌਣ 'ਤੇ ਕੋਈ ਨਿਸ਼ਾਨ ਬਣੇ ਹੁੰਦੇ ਨੇ ਜੋ ਸੁਜੈਸਟ ਕਰਦੇ ਨੇ ਕਿ ਸੁਸਾਈਡ ਹੋ ਸਕਦੇ ਨੇ। ਜੇ ਅਸੀਂ ਓਵਰਆਲ ਕੈਨੇਡਾ ਦੀ ਗੱਲ ਕਰੀਏ, 10 ਤੋਂ 29 ਸਾਲਾਂ ਦੇ ਨੌਜਵਾਨ ਦਾ ਪਹਿਲਾ ਮਰਨ ਦਾ ਕਾਰਨ ਹੈਗਾ ਕੈਂਸਰ ਤੇ ਹਾਰਟ ਡਿਜ਼ੀਜ਼ਸ, ਤੇ ਉਸ ਤੋਂ ਬਾਅਦ ਸੁਸਾਈਡ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਾ ਹੈ ਇਹਨਾਂ ਨੌਜਵਾਨਾਂ ਦੀ ਮੌਤਾਂ ਹੋਣ ਦਾ। ਇਸ ਸਾਲ 2023 ਦੀ ਮਾਰਚ ਤੱਕ ਦੀ ਰੀਸੈਂਟ ਰਿਪੋਰਟਸ ਤੋਂ ਇਹ ਪਤਾ ਲੱਗਦਾ ਕਿ 8 ਇੰਟਰਨੈਸ਼ਨਲ ਸਟੂਡੈਂਟਸ ਆਲਰੇਡੀ ਆਪਣੀ ਜਾਨਾਂ ਗਵਾ ਚੁੱਕੇ ਨੇ, ਜਿਹਦੇ ਵਿੱਚੋਂ ਸਿਰਫ 2 ਹੀ ਸੁਸਾਈਡ ਸੀਗੇ। ਹੁਣ ਪ੍ਰੋਬਲਮ ਇਹ ਆ, 8 ਵਿੱਚੋਂ ਅਗਰ 2 ਸੁਸਾਈਡ ਸੀਗੇ ਤੇ 6 ਕੀ ਸੀਗੇ। ਹੋਰ ਇਹ ਰਿਪੋਰਟ ਚੀਜ਼ਾਂ ਨੂੰ ਹੋਰ ਕੰਪਲੈਕਸ ਕਰ ਦਿੰਦੀਆਂ ਨੇ। ਅਗਰ 25% ਡੈਥ ਸੁਸਾਈਡ ਕਰਕੇ ਆ ਤੇ ਬਾਕੀ ਦੇ 75% ਕਿਸ ਕਾਰਨ ਕਰਕੇ ਹੋ ਰਹੇ ਨੇ। ਅਸੀਂ ਕਾਫੀ ਮਿਹਨਤ ਤੇ ਰਿਸਰਚ ਦੇ ਨਾਲ ਇਦਾਂ ਦੀ ਇਨਫੋਰਮੇਟਿਵ ਵੀਡੀਓਜ਼ ਦੇ ਵਿੱਚ ਕੰਪਲੈਕਸ ਇਸ਼ੂਜ਼ ਨੂੰ ਸਿੰਪਲ ਭਾਸ਼ਾ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਸਾਡੀ ਇਸ ਕੋਸ਼ਿਸ਼ ਦੇ ਵਿੱਚ ਸਹਿਯੋਗ ਪਾਉਣ ਲਈ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਕੇ ਸਾਡਾ ਮਨੋਬਲ ਵੀ ਵਧਾ ਸਕਦੇ ਹੋ। ਇਹ ਲਾਈਕ, ਸ਼ੇਅਰ, ਸਬਸਕ੍ਰਾਈਬ ਦੇ ਬਟਨ ਤੁਹਾਡੇ ਲਈ ਤਾਂ ਮੁਫਤ ਨੇ, ਪਰ ਇਹ ਸਾਡੀ ਬਹੁਤ ਮਦਦ ਕਰ ਸਕਦੇ ਨੇ। ਹੋਰ ਇਹ ਜਿਹੜਾ 25% ਸੁਸਾਈਡ ਦਾ ਰੇਸ਼ੀਓ ਆ, ਇਹ ਵੀ ਇੱਕ ਬਹੁਤ ਵੱਡਾ ਲਾਸ ਹੈ। ਆਖਿਰ ਕੈਨੇਡਾ ਵਰਗੀ ਡਿਵੈਲਪਡ ਕੰਟਰੀਜ਼ ਦੇ ਵਿੱਚ ਇਦਾਂ ਕਿਉਂ ਹੋ ਰਿਹਾ ਹੈ? ਥੋੜੀ ਹੋਰ ਮਿਹਨਤ ਕਰਨ ਤੋਂ ਬਾਅਦ ਸਾਨੂੰ ਹੋਰ ਕਈ ਕਾਰਨ ਪਤਾ ਲੱਗੇ, ਜਿਵੇਂ ਕਿ ਅਨਫੇਅਰ ਬਿਹੇਵੀਅਰ ਕਾਲਜ ਦੀ ਮੈਨੇਜਮੈਂਟ ਜਾਂ ਪ੍ਰੋਫੈਸਰਸ ਵੱਲੋਂ, ਜਿਹੜੇ EMPLOYERS ਨੇ ਜਾਂ ਫਿਰ ਜੌਬ ਏਜੰਸੀਜ਼ ਨੇ, ਇਹ ਵੀ ਕਾਫੀ ਬੱਚਿਆਂ ਦਾ ਪੈਸੇ ਮਾਰ ਕੇ ਬੈਠੇ ਹੋਏ ਨੇ, ਜਿਹਦੇ ਕਰਕੇ ਸਟ੍ਰੈਸ ਤੇ ਡਿਪਰੈਸ਼ਨ 'ਚ ਵੀ ਬੱਚੇ ਜਾ ਰਹੇ ਨੇ। ਜੇ ਕਿਸੇ ਤਰੀਕੇ ਇੰਟਰਨੈਸ਼ਨਲ ਸਟੂਡੈਂਟ ਇਹਨਾਂ ਕੋਲੋਂ ਬਚਦੇ ਨੇ ਤੇ ਫਿਰ ਇਮੀਗ੍ਰੇਸ਼ਨ ਲਾਇਰਸ ਜਾਂ ਕਾਉਂਸਲਰਸ ਦੇ ਹੱਥੀ ਚੜ ਜਾਂਦੇ ਨੇ, ਜੋ ਹਜ਼ਾਰਾਂ ਡਾਲਰਾਂ ਦੀ ਡਿਮਾਂਡ ਕਰਕੇ ਇੱਕ ਛੋਟੇ ਜਿਹੇ ਸ਼ਹਿਰ 'ਚ ਛੋਟੀ ਜਿਹੀ ਜੌਬ ਲਗਵਾ ਦਿੰਦੇ ਨੇ, ਤੇ ਉਹ ਸਟੂਡੈਂਟ ਹਮੇਸ਼ਾ ਕਰਜ਼ੇ ਹੇਠ ਹੀ ਰਹਿੰਦਾ ਆ। ਮੈਨੂੰ ਆਪ ਵੀ ਯਾਦ ਆ, ਜਦੋਂ ਮੈਂ ਨਵਾਂ ਕੈਨੇਡਾ ਵਿੱਚ ਆਇਆ ਸੀਗਾ, ਮੇਰਾ ਹਲੇ ਤੱਕ $500-600 ਦਬਾਇਆ ਹੋਇਆ ਰੈਸਟੋਰੈਂਟ ਓਨਰਸ ਨੇ। ਜਦੋਂ ਕੈਨੇਡੀਅਨ ਗਵਰਨਮੈਂਟ ਤੇ ਫਿਊਨਰਲ ਹੋਮਸ ਤੋਂ ਸਪੈਸੀਫਿਕ ਤੇ ਐਕੂਰੇਟ ਡੇਟਾ ਨਹੀਂ ਮਿਲ ਸਕਿਆ, ਫਿਰ ਇੱਕੋ ਹੀ ਉਮੀਦ ਸੀਗੀ, RTI, ਰਾਈਟ ਟੂ ਇਨਫੋਰਮੇਸ਼ਨ। RTI ਇੱਕ ਇੰਡੀਅਨ ਬਾਡੀ ਹੈ ਜਿਹਨੂੰ ਤੁਸੀਂ ਕੋਈ ਵੀ ਇਨਕੁਆਇਰੀ ਪਾ ਸਕਦੇ ਹੋ ਤੇ ਉਹ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਪ੍ਰੋਵਾਈਡ ਕਰੇਗੀ। ਹਰ ਮਿਲਾਪ ਨੇ 2017 ਤੋਂ 2022 ਦੀ ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਨੂੰ RTI ਦਰਜ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਆਖਿਰ ਕਿਉਂ ਇੰਟਰਨੈਸ਼ਨਲ ਸਟੂਡੈਂਟਸ ਦੀ ਇੰਨੀਆਂ ਮੌਤਾਂ ਹੋ ਰਹੀਆਂ ਨੇ। ਪਰ ਅਫਸੋਸ, ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਤੋਂ ਵੀ ਐਕੂਰੇਟ ਰਿਪੋਰਟਸ ਨਹੀਂ ਮਿਲ ਸਕੀਆਂ। ਤੁਸੀਂ ਆਪਣੀ ਸਕਰੀਨ ਤੇ 2022 ਦੇ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦੀ ਹਾਰਟ ਅਟੈਕ ਕਰਕੇ ਕੈਨੇਡਾ ਦੇ ਵਿੱਚ ਡੈਥ ਹੋ ਗਈ ਹੈ, ਉਹਨਾਂ ਦੀ ਇਨਫੋਰਮੇਸ਼ਨ ਦੇਖ ਰਹੇ ਹੋਵੋਗੇ। ਹੋਰ ਇਹੀ ਸਿਮਿਲਰ ਇਨਫੋਰਮੇਸ਼ਨ ਉਸ RTI ਤੋਂ ਵੀ ਅਵੇਲੇਬਲ ਨਹੀਂ ਹੋਈ। ਹੋਰ ਨਾ ਜਾਣੇ ਇੱਦਾਂ ਦੀ ਕਿੰਨੀਆਂ ਹੋਰ ਡੈਥਸ ਹੋ ਗਈ ਜੋ ਅਨਰਿਪੋਰਟਡ ਗਈਆਂ ਨੇ, ਕਿਉਂਕਿ ਹਾਰਟ ਅਟੈਕ ਜਾਂ ਸੁਸਾਈਡ ਤੋਂ ਇਲਾਵਾ ਕਈ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਐਕਸੀਡੈਂਟਸ ਜਾਂ ਫਿਰ ਸਮੁੰਦਰ ਜਾਂ ਬੀਚ ਦੇ ਵਿੱਚ ਡੁੱਬ ਕੇ ਵੀ ਮਰ ਚੁੱਕੇ ਨੇ।
ਪਰ ਐਟਲੀਸਟ ਹਰ ਮਿਲਾਪ ਨੂੰ ਹੋਰ ਦੂਜੀਆਂ ਕੰਟਰੀਜ਼ ਦੀ ਇੰਡੀਅਨ ਹਾਈ ਕਮਿਸ਼ਨ ਤੋਂ ਕੁਝ ਐਕੂਰੇਟ ਰਿਪੋਰਟਸ ਮਿਲ ਸਕੀਆਂ ਸੀਗੀਆਂ। ਇਸ ਆਰਟੀਕਲ ਦੀ ਰੈਫਰੈਂਸ ਮੈਂ ਡਿਸਕ੍ਰਿਪਸ਼ਨ 'ਚ ਪਾ ਦਾਂਗਾ ਤਾਂ ਕਿ ਤੁਸੀਂ ਦੇਖ ਸਕੋਗੇ ਹੋਰ ਦੂਜੀ ਕੰਟਰੀਜ਼ ਦਾ ਕੀ ਡੇਟਾ ਮਿਲਿਆ ਸੀ। ਕੈਨੇਡਾ ਦੀ ਨਾਨ ਪ੍ਰੋਫਿਟ ਨਿਊਜ਼ ਵੈਬਸਾਈਟ ਪ੍ਰੈਸ ਪ੍ਰੋਗਰੈਸ ਨੇ ਵੀ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਵੀ ਫਟਕਾਰ ਲਗਾਈ ਤੇ ਇੱਕ ਬਹੁਤ ਹੀ ਜ਼ਬਰਦਸਤ ਆਰਟੀਕਲ ਰਿਲੀਜ਼ ਕੀਤਾ, ਜਿਹਦੇ ਬਾਅਦ ਇਸ ਸਟੇਟ ਦੇ ਗਵਰਨਮੈਂਟ ਅਫੀਸ਼ੀਅਲਸ ਵੀ ਥੋੜੇ ਹੋਸ਼ 'ਚ ਆਏ ਨੇ। ਇੰਟਰਨੈਸ਼ਨਲ ਸਟੂਡੈਂਟਸ ਦੇ ਅਚਾਨਕ ਡੈਥਸ ਹੋਣ ਦੇ ਅਫਸੋਸ 'ਚ ਜਸਪ੍ਰੀਤ ਸਿੰਘ ਨੇ ਵੀ ਆਵਾਜ਼ ਚੱਕੀ, ਜੋ ਕਿ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ। ਹੋਰ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕੈਨੇਡਾ ਦੇ ਵਿੱਚ ਸਭ ਕੁਝ ਕਾਫੀ ਸਿਸਟਮੈਟਿਕ ਆ ਤੇ ਅਸੀਂ ਨੰਬਰਸ ਦੇ ਨਾਲ ਹੀ ਚੱਲਦੇ ਹਾਂ ਤੇ ਨੰਬਰਸ ਦੇ ਨਾਲ ਹੀ ਚੀਜ਼ਾਂ ਨੂੰ ਐਨਾਲਾਈਜ਼ ਕਰ ਪਾਉਂਦੇ ਹਾਂ, ਪਰ ਅਗਰ ਇਹੀ ਨੰਬਰਸ ਐਕੂਰੇਟ ਨਹੀਂ ਹੋਣਗੇ ਕਿਵੇਂ ਸਾਡੇ ਅਫੀਸ਼ੀਅਲਸ ਇਸ ਕ੍ਰਾਈਸਿਸ ਨੂੰ ਐਡਰੈਸ ਕਰ ਪਾਉਣਗੇ। ਇੰਟਰਨੈਸ਼ਨਲ ਸਟੂਡੈਂਟਸ ਦੀ ਡੈਥਸ ਇਸ ਟਾਈਮ ਬਹੁਤ ਵੱਡਾ ਕ੍ਰਾਈਸਿਸ ਬਣ ਗਿਆ ਹੈ। ਜਿਵੇਂ ਕਿ ਮੈਂ ਇਸ ਵੀਡੀਓ 'ਚ ਡਿਸਕਸ ਕੀਤਾ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਨੇਡਾ ਨੂੰ ਕੀ ਯੋਗਦਾਨ ਆ ਤੇ ਕਿਵੇਂ ਅਗਰ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਤੋਂ ਅੱਜ ਹੀ ਮੂਵ ਆਊਟ ਕਰ ਜਾਂਦੇ ਨੇ ਕੈਨੇਡਾ ਦੀ ਇਕਨੋਮੀ ਠੱਪ ਵੀ ਹੋ ਸਕਦੀ ਹੈ। ਪਰ ਮੈਂ ਫਿਰ ਤੋਂ ਯਾਦ ਕਰਾ ਦੇਵਾਂ, ਮੈਂ ਇਹ ਗੱਲਾਂ ਹਵਾ 'ਚ ਨਹੀਂ ਕਰ ਰਿਹਾ, ਇਹਦੇ ਪਿੱਛੇ ਕੁਝ ਅਫੀਸ਼ੀਅਲ ਰਿਪੋਰਟਸ ਨੇ। ਸਿਰਫ ਅੰਟਾਰੀਓ ਦੀ 100% GDP 'ਚੋਂ 55.3% ਇੰਟਰਨੈਸ਼ਨਲ ਸਟੂਡੈਂਟਸ ਰੈਵਨਿਊ ਜਨਰੇਟ ਕਰਕੇ ਦੇ ਰਹੇ ਨੇ। और ਜੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ 19.8% GDP ਤੇ ਕਿਊਬੈਕ ਦੀ 19.9% GDP। ਹੋਰ ਇਹ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਇੱਥੇ ਆ ਕੇ ਆਪਣੇ ਐਕਸਪੈਂਡੀਚਰਸ ਵੀ ਕਰਦੇ ਨੇ, ਉਹਦੇ ਨਾਲ 1,80,000 ਜੌਬਸ ਕ੍ਰੀਏਟ ਹੋ ਰਹੀਆਂ ਨੇ ਕੈਨੇਡੀਅਨਸ ਦੇ ਲਈ। ਪਰ ਕੈਨੇਡੀਅਨ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਣ ਤੋਂ ਬਾਅਦ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਮੁਸੀਬਤਾਂ ਨੂੰ ਨੈਗਲੈਕਟ ਕੀਤਾ ਜਾਂਦਾ ਆ। ਇਮੀਗ੍ਰੇਸ਼ਨ ਪ੍ਰੋਸੈਸ 'ਚ ਕਿੰਨਾ ਜ਼ਿਆਦਾ ਡਿਲੇ ਹੋ ਰਿਹਾ ਆ, ਵਰਕ ਪਰਮਿਟ ਐਕਸਟੈਂਸ਼ਨਸ 'ਚ ਕਿੰਨੀ ਪ੍ਰੋਬਲਮਸ ਆ ਰਹੀਆਂ, PR ਦੀ ਐਪਲੀਕੇਸ਼ਨਸ 'ਚ ਕਿੰਨੀਆਂ ਮੁਸੀਬਤਾਂ ਆ ਰਹੀਆਂ ਨੇ। ਇਮੀਗ੍ਰੇਸ਼ਨ ਦੇ ਡਰਾਫਟ ਦੀ ਵੇਟ ਕਰਦੇ ਕਰਦੇ ਲੋਕਾਂ ਦੇ ਵਰਕ ਪਰਮਿਟ ਤੱਕ ਐਕਸਪਾਇਰ ਹੋ ਜਾਂਦੇ ਨੇ। ਹੋਰ ਇੰਟਰਨੈਸ਼ਨਲ ਸਟੂਡੈਂਟਸ ਦੀ ਸਭ ਤੋਂ ਵੱਡੀ ਮੁਸੀਬਤ ਕਿ ਉਹ ਸਿਰਫ 20 ਘੰਟੇ ਕੰਮ ਕਰ ਸਕਦੇ ਨੇ, ਜਦਕਿ ਕੈਨੇਡੀਅਨ ਸਟੂਡੈਂਟਸ ਸੇਮ ਕੋਰਸ ਦੇ ਵਿੱਚ ਵੀ ਅਗਰ ਐਨਰੋਲ ਹੁੰਦੇ ਨੇ ਉਹ ਫੁੱਲ ਟਾਈਮ ਕੰਮ ਕਰ ਸਕਦੇ ਨੇ। ਹੋਰ ਇਸ 20 ਘੰਟੇ ਦੇ ਕੰਮ ਕਰਨ ਦੀ ਕੰਡੀਸ਼ਨ ਕਰਕੇ ਕਿੰਨੇ ਹੀ ਇੰਟਰਨੈਸ਼ਨਲ ਸਟੂਡੈਂਟਸ ਸਟ੍ਰੈਸ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਨੇ, ਕਿਉਂਕਿ ਜਿਹੜੀਆਂ ਜੌਬਸ ਅਵੇਲੇਬਲ ਵੀ ਨੇ ਬੱਚੇ ਉਹ ਵੀ ਜੌਬਸ ਨਹੀਂ ਕਰ ਪਾ ਰਹੇ ਨੇ ਕਿਉਂਕਿ ਕੰਪਨੀਜ਼ ਜ਼ਿਆਦਾਤਰ ਫੁੱਲ ਟਾਈਮ EMPLOYEES ਦੀ ਡਿਮਾਂਡ ਰੱਖਦੀ ਹੈ। और इसे करके जॉब्स लभनी, अपने खर्चे कढ़ने या फीसा पे करनी एक बहुत बड़ा चैलेंज बन जाता है इन्हां बच्चों लई। इसे तरह ही पंजाबी कम्यूनिटी हैल्थ सर्विसेज के मैनेजर अमनजीत कालो ने भी रैपिड रिस्पॉन्स प्रोग्राम के नाल कई इंटरनैशनल स्टूडेंट्स नूं वापस इंडिया जाने च मदद की है, जिन्हां दी मैंटल हैल्थ काफ़ी खराब हो रही सी। पर अज की डेट दे विच गौरमेंट तो प्रोविंशियल फंडिंग आना बंद हो चुकी है इस प्रोग्राम के लिए, जिहदे करके वो सेम लैवल ते मदद नहीं कर पा रहे ने जिवें वो पहला करते सीगे। इसे तरह ही ओंटारियो अंडर ग्रैजुएट स्टूडेंट अलायंस के एक मैंबर जोश शंकर लाल ने दसिया कि इन्हां दी ऑर्गेनाइजेशन काफ़ी टाइम तो एजुकेशनल इंस्टीट्यूशनस नूं दस्सण दी कोशिश कर रही है कि इंटरनैशनल स्टूडेंट्स की फिजिकल हैल्थ के नाल मैंटल हैल्थ भी देखना बहुत जरूरी है। और इहो ਜਿਹੇ ही डेडिकेटेड मैंबर्स के जोर पान करके अंटारियो के 23 कॉलेजेस नवे इंटरनैशनल स्टूडेंट्स प्रैक्टिस जारी कर रहे हैं, जो कि 2024 के जून तो फुल इफैक्ट में जाएंगे। इस प्रैक्टिस के नाल इंटरनैशनल स्टूडेंट्स नूं दस्सिया जाएगा किहड़ी सर्विसेज ते सपोर्ट्स अवेलेबल ने उन्हां दे फिजिकल ते मैंटल हैल्थ के लिए। असी किन्ने लंबे समय तो GoFundMe दे किन्नियां सारियां पोस्ट सोशल मीडिया 'च देख रहे हैं, जिहदे नाल फंड रेज करने की कोशिश की जा रही है कि इन्हां इंटरनैशनल स्टूडेंट्स की डैड बॉडीज़ नूं इंडिया भेजा जा सके। इसे करके होर ऑर्गेनाइजेशनस के नाल प्रैस प्रोग्रेस ने भी ग्लोबल अफेयर्स कैनेडा नूं रीच आउट किया ते जानने की कोशिश की आखिर इंटरनैशनल स्टूडेंट्स की डेथ्स का कारण की है, ये पिछे स्टैट्स या रिपोर्ट्स की ने। पर ग्लोबल अफेयर्स कैनेडा ने अज तक रेगूलर फॉलोअप्स तो बाद भी कोई रिस्पॉन्ड नहीं किया। ग्लोबल अफेयर्स के नाल प्रैस प्रोग्रेस ने टोरंटो ते वैनकूवर के इंडियन कॉन्सुलेट में भी रीच आउट किया ਤੇ ਉਹਨਾਂ ਨਾਲ ਵੀ ਰੈਗੂਲਰ ਫੋਲੋਅਪਸ ਕੀਤੇ, ਪਰ ਕੋਈ ਰਿਸਪੌਂਸ ਨਹੀਂ ਆਇਆ। ਲੋਟਸ ਫਿਊਨਰਲ ਹੋਮ ਦੇ ਡਾਇਰੈਕਟਰ ਹਰਮਿੰਦਰ ਹਾਂਸੀ ਨੇ ਕਿਹਾ, ਜਦੋਂ ਵੀ ਇੱਕ ਫੋਰਨ ਨੈਸ਼ਨਲ ਕੈਨੇਡਾ ਦੇ ਵਿੱਚ ਮਰਦਾ ਆ, ਇੰਡੀਅਨ ਕੌਂਸੂਲੇਟ ਦੇ ਨਾਲ ਕੋਆਰਡੀਨੇਟ ਕਰਕੇ ਉਹਦੀ ਡੈਡ ਬੋਡੀ ਵਾਪਸ ਇੰਡੀਆ ਭੇਜੀ ਜਾਂਦੀ ਹੈ। ਸੋ ਇਹਦਾ ਇਹੀ ਮਤਲਬ ਹੈ ਕਿ ਇੰਡੀਅਨ ਗਵਰਨਮੈਂਟ ਅਵੇਅਰ ਆ ਇਸ ਸਿਚੁਏਸ਼ਨ ਦੇ ਲਈ, ਪਰ ਕਿਸੇ ਵੀ ਤਰੀਕੇ ਨਾਲ ਇਸ ਇਸ਼ੂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਹਾਂਸੀ ਦਾ ਇਹ ਵੀ ਕਹਿਣਾ ਹੈ ਕਿ ਉਹ ਉੱਚੀ ਆਵਾਜ਼ 'ਚ ਕੈਨੇਡੀਅਨ ਐਮਪੀਸ ਨੂੰ ਇਸ ਮੁੱਦੇ ਬਾਰੇ ਦੱਸ ਰਹੇ ਨੇ, ਪਰ ਹਾਲੇ ਤੱਕ ਇਹਨਾਂ ਕੰਸਰਨਸ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਹੈ। ਡੈਥ ਰੇਟਸ ਵੱਧ ਹੀ ਰਹੀਆਂ ਨੇ। ਹੁਣ ਸਮਝਦੇ ਹਾਂ ਇਸ ਵੀਡੀਓ ਦਾ ਸੀਕੁਐਂਸ 2, ਜਿਹਦੇ ਵਿੱਚ ਕੈਨੇਡਾ ਦੇ ਗੁਰੂ ਘਰਾਂ ਦਾ ਵੀ ਬਹੁਤ ਵੱਡਾ ਰੋਲ ਹੈ। ਸਰੀ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦੀ ਮੈਨੇਜਮੈਂਟ ਨੇ ਕਈ ਹਜ਼ਾਰ ਡਾਲਰਸ ਦੀ ਮਦਦ ਕੀਤੀ ਹੈ ਤਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਡੈਡ ਬੋਡੀਜ਼ ਇੰਡੀਆ ਤੱਕ ਉਹਨਾਂ ਦੀ ਫੈਮਿਲੀਜ਼ ਕੋਲ ਪਹੁੰਚਾਈ ਜਾ ਸਕੇ। ਹੋਰ ਇੱਥੇ ਤੱਕ ਕਿ ਜਿਹੜੀਆਂ ਫੈਮਿਲੀਜ਼ ਫਾਈਨੈਂਸ਼ੀਅਲੀ ਅਨਸਟੇਬਲ ਨੇ ਤੇ ਇੱਦਾਂ ਦੇ ਖਰਚੇ ਨਾਲ ਨਹੀਂ ਸਾਰ ਸਕਦੇ, ਉਹ ਗੁਰਦੁਆਰੇ ਨੂੰ ਪਾਵਰ ਆਫ ਅਟਰਨੀ ਤੱਕ ਦੇ ਰਹੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਅੰਤਿਮ ਸੰਸਕਾਰ ਗੁਰਦੁਆਰੇ ਦੀ ਮੈਨੇਜਮੈਂਟ ਹੀ ਕਰ ਦੇਵੇ।
ਇਹ ਕਿੰਨੀ ਹੈਵੀ ਲਾਈਨ ਹੈ, ਮੇਰਾ ਬੋਲਦੇ ਹੋਏ ਦਿਲ ਭਰ ਗਿਆ। ਸਿੰਘ ਸਾਹਿਬ ਦਾ ਇਹ ਵੀ ਕਹਿਣਾ ਸੀ ਜਿਹੜੀ ਇਹ ਰਿਪੋਰਟਸ ਆ ਰਹੀ ਹੈ, ਮੇਰਾ ਖਿਆਲ ਹੈ ਕੋਰਨਰਸ ਰਿਪੋਰਟ ਨੂੰ ਹੀ ਐਡਰੈਸ ਕਰ ਰਹੇ ਨੇ। ਕੋਰਨਰਸ ਕੈਨੇਡਾ ਦੇ ਇੰਡੀਪੈਂਡੈਂਟ ਜੁਡੀਸ਼ੀਅਲ ਆਫੀਸਰਸ ਨੇ ਜੋ ਡੈਡ ਬੋਡੀਜ਼ ਨੂੰ ਐਗਜ਼ਾਮਾਈਨ ਤੇ ਇੰਸਪੈਕਟ ਕਰਦੇ ਨੇ ਤੇ ਉਸ ਬੇਸ ਤੇ ਜ਼ਰੂਰਤਮੰਦ ਇਨਕੁਆਇਰੀਆਂ ਵੀ ਕਰਾਉਂਦੇ ਨੇ, ਜਿਵੇਂ ਕਿ ਪੋਸਟਮਾਰਟਮ ਐਗਜ਼ਾਮੀਨੇਸ਼ਨ। ਇਹਨਾਂ ਰਿਪੋਰਟਸ ਤੋਂ ਇਹ ਪਤਾ ਲੱਗਦਾ ਹੈ ਜਿੰਨੀਆਂ ਵੀ ਇਹਨਾਂ ਕੋਲ ਕੇਸਿਸ ਆਏ ਨੇ, ਇਹਦੇ ਵਿੱਚੋਂ 80% ਕੇਸਿਸ ਡਰੱਗ ਅਬਿਊਜ਼ ਦੇ ਹੀ ਨੇ। ਇੰਡੀਅਨ ਫੈਮਿਲੀਜ਼ ਦਾ ਇੱਕ ਸਟਿਗਮਾ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਲੰਚ ਨਾ ਲੱਗ ਜਾਵੇ ਕਿ ਉਹਨਾਂ ਦਾ ਬੱਚਾ ਡਰੱਗ ਓਵਰਡੋਜ਼ ਦੇ ਨਾਲ ਮਰ ਗਿਆ ਆ। ਇਸੇ ਕਰਕੇ ਕਈ ਫਰੈਂਡਸ, ਫੈਮਿਲੀਜ਼ ਐਂਡ ਰਿਲੇਟਿਵਸ ਇਹੀ ਰਿਪੋਰਟ ਕਰ ਰਹੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਅਚਾਨਕ ਸੁੱਤੇ ਹੋਏ ਹੀ ਗੁਜ਼ਰ ਗਏ ਨੇ ਹਾਰਟ ਅਟੈਕ ਕਰਕੇ। ਕਈਆਂ ਨੇ ਨਸ਼ੇ ਕਦੇ ਵੀ ਨਹੀਂ ਲਿੱਤੇ, ਸ਼ਾਇਦ ਕੋਈ ਪਹਿਲੀ ਵਾਰੀ ਹੀ ਲੈ ਰਿਹਾ ਆ, ਔਰ ਕਈ ਪੰਜਾਬ ਤੋਂ ਹੀ ਲੈਂਦੇ ਆਏ ਨੇ ਔਰ ਇੱਥੇ ਵੀ ਕੰਟੀਨਿਊ ਕਰ ਰਹੇ ਨੇ। ਕਿਸੇ ਨੂੰ ਕੁਝ ਨਹੀਂ ਪਤਾ ਕਿਹੜਾ ਡਰੱਗ ਆ, ਕਿੰਨੀ ਓਵਰਡੋਜ਼ ਹੁੰਦੀ ਹੈ, ਕਿ ਇੱਕ ਟੈਬਲੇਟ 'ਚ ਹੀ ਓਵਰਡੋਜ਼ ਆ ਕਿ ਇੱਕ ਸਨਿਫ 'ਚ ਹੀ ਓਵਰਡੋਜ਼ ਹੋ ਸਕਦੀ ਹੈ। ਕਿਸੇ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਔਰ ਸ਼ਾਇਦ ਇਸੇ ਕਰਕੇ ਸਾਡੇ ਪੰਜਾਬੀਆਂ ਦੇ ਨਾਲ ਪੰਜਾਬ ਦੀ 6ਵੀਂ ਨਸ਼ਿਆਂ ਦੀ ਦਰਿਆ ਕੈਨੇਡਾ ਤੱਕ ਵੀ ਪਹੁੰਚ ਗਈ ਹੈ। ਅਸੀਂ ਕਾਫੀ ਪਹਿਲਾਂ ਤੋਂ ਹੀ ਪੰਜਾਬ ਦੇ ਡਰੱਗਸ ਦੇ ਇਸ਼ੂ 'ਚ ਆਵਾਜ਼ ਬੁਲੰਦ ਕਰਕੇ ਇੱਕ ਵੀਡੀਓ ਵੀ ਬਣਾਈ ਸੀ, ਜਿਹਦੇ ਨਾਲ ਅਸੀਂ ਦੱਸਣ ਦੀ ਕੋਸ਼ਿਸ਼ ਵੀ ਕੀਤੀ ਸੀ ਇਹ ਡਰੱਗਸ ਦਾ ਇਸ਼ੂ ਬਹੁਤ ਵੱਡਾ ਆ। ਔਰ ਇਸ ਵੀਡੀਓ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਏਗਾ। ਅਸੀਂ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਗੁਰੂ ਘਰਾਂ ਦਾ ਦੇਣਾ ਕਦੇ ਵੀ ਨਹੀਂ ਮੋੜ ਸਕਦੇ। ਜਿਸ ਹਿਸਾਬ ਨਾਲ ਗੁਰੂ ਘਰਾਂ ਨੇ ਸਾਨੂੰ ਸਾਂਭਿਆ ਹੈ ਇੰਨੇ ਲੰਬੇ ਸਮੇਂ ਤੋਂ, ਸਾਨੂੰ ਲੰਗਰ ਤੋਂ ਲੈ ਕੇ ਕੋਈ ਵੀ ਲੋੜਵੰਦ ਸੁਵਿਧਾ ਪ੍ਰਾਪਤ ਕਰਨ ਦੇ ਲਈ ਹਮੇਸ਼ਾ ਗੁਰੂ ਘਰ ਅੱਗੇ ਰਹੇ ਨੇ ਤੇ ਸਾਨੂੰ ਬੱਚਿਆਂ ਵਾਂਗੂ ਇੱਥੇ ਪਾਲਦੇ ਰਹੇ ਨੇ। ਹੁਣ ਫਿਲਹਾਲ ਹੀ ਰਿਸੈਸ਼ਨ ਕਰਕੇ ਕਈ ਇੰਟਰਨੈਸ਼ਨਲ ਸਟੂਡੈਂਟਸ ਕੋਲ ਇੱਥੇ ਜੌਬ ਨਹੀਂ ਆ। ਮਾਲਟਨ ਗੁਰੂ ਘਰ ਤੇ ਹੋਰ ਕਈ ਗੁਰੂ ਘਰਾਂ ਨੇ ਫੂਡ ਬੈਂਕਸ ਤੱਕ ਲਗਾਏ ਸੀਗੇ ਤਾਂ ਕਿ ਲੋੜਵੰਦਾਂ ਨੂੰ ਨੈਸੈਸਰੀ ਸਪਲਾਈਜ਼ ਤੱਕ ਮਿਲ ਸਕੇ। ਗੁਰੂ ਨਾਨਕ ਫੂਡ ਬੈਂਕ ਦੇ ਸੈਕਟਰੀ ਤੇ ਆਪਰੇਸ਼ਨਲ ਹੈਡ ਨੀਰਜ ਵਾਲੀਆ ਦਾ ਇਹ ਕਹਿਣਾ ਹੈ ਕਿ ਕੈਨੇਡੀਅਨ ਗਵਰਨਮੈਂਟ ਜਾਣਬੁੱਝ ਕੇ ਇੰਟਰਨੈਸ਼ਨਲ ਸਟੂਡੈਂਟਸ ਦੀ ਡੈਥਸ ਦੀ ਰਿਪੋਰਟਸ ਨਹੀਂ ਰਿਲੀਜ਼ ਕਰ ਰਹੀ ਹੈ ਤਾਂ ਕਿ ਹੋਰ ਇੰਟਰਨੈਸ਼ਨਲ ਸਟੂਡੈਂਟਸ ਸੰਕੋਚ ਨਾ ਕਰਨ ਕੈਨੇਡਾ ਆਉਣ ਤੋਂ। ਔਰ ਗਵਰਨਮੈਂਟ ਦੇ ਪ੍ਰੋਪਰ ਐਕਸ਼ਨ ਤੇ ਐਕਨੋਲਜਮੈਂਟ ਦੇ ਬਗੈਰ ਹੀ ਗੁਰਦੁਆਰਾ ਦੁੱਖ ਨਿਵਾਰਨ ਤੇ ਗੁਰੂ ਨਾਨਕ ਫੂਡ ਬੈਂਕ ਰਲ ਮਿਲ ਕੇ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦਾ ਨੰਬਰ 1 ਰੈਵਨਿਊ ਜਨਰੇਸ਼ਨ ਸਿਸਟਮ ਹੈ ਕੈਨੇਡੀਅਨ ਇਕਨੋਮੀ ਦੇ ਲਈ। ਇੰਟਰਨੈਸ਼ਨਲ ਸਟੂਡੈਂਟਸ ਦਾ ਇੰਨਾ ਵੱਡਾ ਯੋਗਦਾਨ ਹੋਣਾ ਕੈਨੇਡੀਅਨ ਇਕਨੋਮੀ ਤੇ, ਪਰ ਫਿਰ ਵੀ ਗਵਰਨਮੈਂਟ ਇਸ ਤਰੀਕੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਟ੍ਰੀਟ ਕਰ ਰਹੀ ਹੈ। ਇੱਥੇ ਤੱਕ ਕਿ ਬ੍ਰਿਟਿਸ਼ ਕੋਲੰਬੀਆ ਦੀ ਕੋਰਨਰ ਸਰਵਿਸਿਜ਼ ਦੀ ਜੁਡੀਸ਼ੀਅਲ ਬਾਡੀ ਨੇ ਦੱਸਿਆ ਕਿ ਉਹ ਐਥਨੀਸਿਟੀਜ਼ ਦੇ ਬੇਸ ਦੇ ਉੱਤੇ ਇਨ੍ਹਾਂ ਡੈਥਸ ਨੂੰ ਟਰੈਕ ਨਹੀਂ ਕਰ ਰਹੇ ਨੇ। ਪਰ ਕੈਨੇਡਾ ਦੇ ਮੂਲ ਨਿਵਾਸੀ, ਜਿਹਨੂੰ ਅਸੀਂ ਫਰਸਟ ਨੇਸ਼ਨਸ ਕਹਿੰਦੇ ਆ, ਫਰਸਟ ਨੇਸ਼ਨਸ ਹੈਲਥ ਅਥਾਰਟੀ ਰੈਗੂਲਰਲੀ ਕਮਿਊਨਿਟੀ ਸਿਚੁਏਸ਼ਨ ਰਿਪੋਰਟਸ ਜਾਰੀ ਕਰਦੀ ਰਹਿੰਦੀਆਂ ਨੇ, ਜਿਹਦੇ ਨਾਲ ਇਹ ਆਪਣੀ ਡੈਥਸ ਨੂੰ ਟਰੈਕ ਕਰਦੇ ਨੇ। ਪਰ ਸਾਡੀ ਕਮਿਊਨਿਟੀ ਦੇ ਵਿੱਚ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਲਿੰਡਸੀ ਰਿਚਰਡਸਨ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਿਪਾਰਟਮੈਂਟ ਆਫ ਸੋਸ਼ੀਓਲੋਜੀ, ਨੇ ਪ੍ਰੈਸ ਪ੍ਰੋਗਰੈਸ ਨੂੰ ਇਹ ਦੱਸਿਆ, ਇਹ ਬੜਾ ਜ਼ਰੂਰੀ ਹੈ ਐਕਨੋਲਜ ਕਰਨਾ, ਕਿ ਸਾਰੇ ਇੱਕੋ ਤਰੀਕੇ ਨਾਲ ਡਰੱਗ ਟੌਕਸਿਸਿਟੀ ਜਾਂ ਪੋਇਜ਼ਨ ਦੇ ਕ੍ਰਾਈਸਿਸ ਨਾਲ ਇਕੁਅਲ ਇਫੈਕਟ ਨਹੀਂ ਹੋ ਰਹੇ ਨੇ। ਇਹ ਹਰ ਕਮਿਊਨਿਟੀ, ਏਜ, ਜੈਂਡਰ, ਸੋਸ਼ੀਓ ਇਕਨੋਮਿਕ ਸਟੇਟਸ ਜਾਂ ਐਥਨੀਸਿਟੀ ਨੂੰ ਅਲੱਗ-ਅਲੱਗ ਤਰੀਕੇ ਨਾਲ ਇੰਪੈਕਟ ਕਰਦਾ ਹੈ। ਜਦ ਇੰਨੇ ਪੜ੍ਹੇ ਲਿਖੇ ਲੋਕ ਕਹਿ ਰਹੇ ਨੇ ਕਿ ਐਥਨੀਸਿਟੀਜ਼ ਤੇ ਹੋਰ ਕਈ ਸਪੈਸੀਫਿਕ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ ਡੈਥਸ ਨੂੰ ਟਰੈਕ ਕਰਨਾ ਬੜਾ ਜ਼ਰੂਰੀ ਹੈ, ਤੇ ਕੈਨੇਡੀਅਨ ਸਰਕਾਰ ਇਹੋ ਜਿਹੇ ਸੁਜੈਸ਼ਨਸ ਨੂੰ ਗੌਰ ਕਿਉਂ ਨਹੀਂ ਕਰ ਰਹੀ ਹੈ। ਅੰਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਰੀਸੈਂਟਲੀ 500% ਇਨਕਰੀਮੈਂਟ ਕੀਤਾ ਆ ਮੈਂਟਲ ਹੈਲਥ ਐਜੂਕੇਸ਼ਨ ਦੇ ਲਈ, ਪਰ ਇਹ ਸਿਰਫ ਕੈਨੇਡੀਅਨ ਬੱਚਿਆਂ ਦੇ ਲਈ ਹੈ। ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਦਿਨ ਰਾਤ ਕਰਕੇ ਕੈਨੇਡੀਅਨ ਇਕਨੋਮੀ ਨੂੰ ਪੰਪ ਕਰ ਰਹੇ ਨੇ, ਉਹਨਾਂ ਬਾਰੇ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਸ ਵੀਡੀਓ ਦੇ ਬਣਾਉਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ, ਬਲਕਿ ਅਵੇਅਰਨੈਸ ਕ੍ਰੀਏਟ ਕਰਨਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੱਦਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਹਲੇ ਵੀ ਲੈਂਡ ਆਫ ਓਪਰਚੁਨਿਟੀਜ਼ ਹੈ ਜੋ ਤੁਹਾਨੂੰ ਫਰਸ਼ ਤੋਂ ਅਰਸ਼ਾਂ ਤੱਕ ਪਹੁੰਚਾ ਸਕਦੀ ਹੈ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਸੁਜੈਸ਼ਨ ਆ, ਵੱਧ ਤੋਂ ਵੱਧ ਆਪਣੇ ਪੈਰੈਂਟਸ, ਫਰੈਂਡਸ ਐਂਡ ਫੈਮਲੀਜ਼ ਨਾਲ ਗੱਲ ਕਰਦੇ ਰਿਹਾ ਕਰੋ। ਕਈ ਵਾਰੀ ਗੱਲ ਕਰਕੇ ਹੀ ਕਈ ਮਸਲੇ ਦਾ ਹੱਲ ਨਿਕਲ ਜਾਂਦਾ ਹੈ, ਭਾਵੇਂ ਉਹ ਤੁਹਾਡੇ ਨਾਲ ਨਾ ਵੀ ਰਹਿੰਦੇ ਹੋਣ। ਔਰ ਇਸੇ ਕਰਕੇ ਸਾਡੀ ਵੀ ਕੋਸ਼ਿਸ਼ ਹੈ ਵੱਧ ਤੋਂ ਵੱਧ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰ ਸਕੀਏ ਜਿਹੜੇ ਵੀ ਤਰੀਕੇ ਨਾਲ ਹੋ ਸਕੇ। ਤੁਸੀਂ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਆਪਣੀ ਸਕਰੀਨ 'ਚ ਦੇਖ ਰਹੇ ਹੋ। ਕਿਸੇ ਵੀ ਗਾਈਡੈਂਸ ਜਾਂ ਸਪੋਰਟ ਦੇ ਲਈ ਤੁਸੀਂ ਮੈਨੂੰ ਕੰਟੈਕਟ ਵੀ ਕਰ ਸਕਦੇ ਹੋ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨੂੰ ਸਪੋਰਟ ਕੀਤੀ ਜਾ ਸਕੇ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਤੁਸੀਂ ਕਮੈਂਟਸ 'ਚ ਵੀ ਆਪਣਾ ਫੀਡਬੈਕ ਦੇ ਸਕਦੇ ਹੋ। ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਮਿਲਦੇ ਹਾਂ ਅਗਲੀ ਵੀਡੀਓ 'ਚ। ਦੇਖਣ ਲਈ ਬਹੁਤ ਬਹੁਤ ਧੰਨਵਾਦ।